ਵੀਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਸ਼ਫਾਲੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਓਬੈਸਿਟੀ ਇਨ ਕਿਡਸ ਤੇ ਇਸ ਬਾਰੇ ਗੱਲ ਕਰਨ ਵਾਸਤੇ ਅੱਜ ਫਿਰ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਪ੍ਰਗਟ ਸਿੰਘ ਜੀ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ, ਵੈਲਕਮ ਟੂ ਦ ਸ਼ੋ। ਬਹੁਤ ਬਹੁਤ ਧੰਨਵਾਦ ਸ਼ਿਫਾਲੀ ਜੀ ਔਰ ਸਾਰੇ ਦੇਖਣ ਵਾਲਿਆਂ ਨੂੰ ਲੱਗੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਕੇਮ ਸ਼ੋ, ਕਸਾਈ, ਸਲੋ, ਬੋਨਜੂਰ, ਬਿਊਨਸ ਡਾਇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਓਬੈਸਿਟੀ ਇਨ ਕਿਡਸ ਬਾਰੇ। ਤੇ ਪਹਿਲੇ ਤੁਸੀਂ ਦਰਸ਼ਕਾਂ ਨੂੰ ਪਹਿਲੇ ਆਪਣੇ ਬਾਰੇ ਦੁਬਾਰਾ ਕੁਝ ਦੱਸਣਾ ਚਾਹੋਗੇ? ਮੇਰਾ ਨਾਮ ਡਾਕਟਰ ਪ੍ਰਗਟ ਸਿੰਘ ਪੁਰ ਜੀ, ਮੈਂ ਬੱਚਿਆਂ ਦਾ ਡਾਕਟਰ ਹਾਂ, ਉਹਨਾਂ ਦੀ ਸੇਵਾ ਕਰਦਾ। ਬਰਥ ਭਾਵੇਂ ਉਹਨਾਂ ਦਾ ਟਾਈਮ ਤੋਂ ਹੋਇਆ, ਪ੍ਰੀਮੈਚੁਰ ਹੋਇਆ, ਉਸ ਤੋਂ ਲੈ ਕੇ ਕਰੀਬਨ 16-18 ਸਾਲ ਤੱਕ, ਕਿਉਂਕਿ ਬੱਚੇ ਫਿਰ ਜਵਾਨ ਹੋ ਜਾਂਦੇ ਆ, ਉਹਨਾਂ ਨੂੰ ਐਡਲਟ ਜਿਹੜੇ ਸਪੈਸ਼ਲਿਸਟ ਆ ਉਹਨਾਂ ਦੀ ਲੋੜ ਪੈ ਸਕਦੀ ਆ। ਸੋ ਬੀਇੰਗ ਸਪੈਸ਼ਲਿਸਟ ਮੈਂ ਸਿਰਫ ਰੈਫਰਲ ਤੋਂ ਦੇਖਦਾ ਅਤੇ ਮੇਰਾ ਕੰਮ ਕੰਸਲਟੇਸ਼ਨ ਦਾ। ਸੋ ਫੈਮਿਲੀ ਡਾਕਟਰ ਰੈਫਰ ਕਰਦੇ, ਅਸੀਂ ਪੇਸ਼ੈਂਟ ਦੇਖਦੇ ਹਾਂ, ਉਹਦਾ ਫਿਰ ਪਲਾਨ ਬਣਾਉਂਦੇ ਹਾਂ ਵੀ ਕਿੱਦਾਂ ਉਹਨੂੰ ਜੋ ਵੀ ਚੀਜ਼ ਹੈਗੀ ਉਹਦਾ ਮੈਡੀਕਲ ਕੰਡੀਸ਼ਨ ਕਿੱਦਾਂ ਉਹਨੂੰ ਆਪਾਂ ਇੰਪਰੂਵ ਕਰਨੀ ਹੈ। ਫਿਰ ਬੱਚਾ ਠੀਕ ਕਰਕੇ ਅਸੀਂ ਦੁਬਾਰਾ ਫੈਮਿਲੀ ਡਾਕਟਰ ਕੋਲ ਭੇਜ ਸਕਦੇ ਹਾਂ। ਫਿਰ ਹੋ ਸਕਦਾ ਮੈਂ ਦੁਬਾਰਾ ਕਦੀ ਨਾ ਦੇਖਾਂ, ਹੋ ਸਕਦਾ ਬੱਚੇ ਨੂੰ ਕੋਈ ਕਰੋਨਿਕ ਪ੍ਰੋਬਲਮ ਹੋਏ ਅਤੇ ਫਿਰ ਮੈਨੂੰ ਬਾਰ-ਬਾਰ 6 ਮਹੀਨੇ ਸਾਲ ਬਾਅਦ ਦੇਖਣਾ ਵੀ ਪੈਂਦਾ। ਸੋ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਅਸੀਂ ਬਿਲਕੁਲ। ਔਰ ਆਉਣ ਵਾਲੇ 6 ਮਹੀਨੇ 'ਚ ਮੇਰੀ ਡਾਟਰ ਵੀ ਚਾਈਲਡ ਸਪੈਸ਼ਲਿਸਟ ਦਾ ਲਾਇਸੈਂਸ ਮਿਲ ਜਾਣਾ, ਨਵਪ੍ਰੀਤ ਕੌਰ ਪੁਰ ਜੀ। ਸੋ 2 ਭੁਰਜੀ ਹੋ ਜਾਣਗੇ, ਹੈ ਨਾ। ਸੋ 2 ਭੁਰਜੀਆਂ ਦੀ ਸਬਜ਼ੀ ਵਧੀਆ ਬਣਦੀ ਹੈ। ਕੰਗ੍ਰੈਚੁਲੇਸ਼ਨਸ ਥੈਂਕ ਯੂ ਡਾਕਟਰ। ਅੱਛਾ ਜੀ, ਹੁਣ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਓਬੈਸਿਟੀ ਹੁੰਦੀ ਕੀ ਹੈ ਤੇ ਬੱਚਿਆਂ 'ਚ ਕਿਵੇਂ ਹੋ ਜਾਂਦੀ ਹੈ? ਯਾ ਓਬੇਸਿਟੀ ਜਿਹਨੂੰ ਆਪਾਂ ਮੋਟਾਪਾ ਕਹਿੰਦੇ ਹਾਂ ਨਾ, ਉਹ ਦੇਖੋ ਅਸੀਂ ਬਹੁਤ ਹੀ ਵਿਕਸਿਤ ਮੁਲਕ 'ਚ ਰਹਿ ਰਹੇ ਕੈਨੇਡਾ 'ਚ, ਲੇਕਿਨ ਉਹਦੇ ਜਿਹੜੇ ਜਿਹੜੇ ਡਾਇਮੈਂਸ਼ਨਸ ਹੈਗੇ ਆ ਬੱਚਿਆਂ ਦੇ ਉੱਤੇ, ਉਹਨਾਂ ਦਾ ਭਾਰ ਜਿਹੜਾ ਹੈਗਾ, ਅਸੀਂ ਨਿਰੰਤਰ ਪਿਛਲੇ 30 ਸਾਲ ਤੋਂ ਦੇਖ ਰਹੇ ਹਾਂ ਵੀ ਵੱਧਦਾ ਜਾ ਰਿਹਾ। 30 ਸਾਲ ਪਿੱਛੇ ਜਾਈਏ 1990 'ਚ ਅਤੇ ਅੱਜ ਦੇਖੀਏ ਤਾਂ 3 ਗੁਣਾ ਜ਼ਿਆਦਾ ਓਬੇਸਿਟੀ ਦੀ ਦਰ ਵੱਧ ਗਈ ਹੈ 3 ਦਹਾਕਿਆਂ ਦੇ ਵਿੱਚ। ਔਰ ਇਹਦੇ ਜਿਹੜੇ ਮੇਨ ਕਾਰਨ ਹੈਗੇ ਆ 2-3 ਹੈਗੇ ਆ। ਪਹਿਲਾ ਕਾਰਨ, ਕਿਉਂਕਿ ਹੈ ਬੜਾ ਕੰਪਲੈਕਸ ਹੈਗਾ ਵੀ ਇੱਕ ਚੀਜ਼ ਨੂੰ ਅਸੀਂ ਕਹਿ ਨਹੀਂ ਸਕਦੇ। ਦੇਖੋ ਫੈਮਿਲੀ ਜਿਹੜੀ ਹੈਗੀ, ਤੁਹਾਡੇ ਜੀਨਸ ਹੈਗੇ ਆ, ਤੁਹਾਡੀ ਫੈਮਿਲੀ ਦੇ ਜਿਹੜਾ ਜੈਨੇਟਿਕ ਸਟਰਕਚਰ ਆ, ਉਹ ਵੀ ਇੱਕ ਗੱਲ ਸਾਹਮਣੇ ਆਉਂਦੀ। ਜਿੱਦਾਂ ਤੁਸੀਂ ਕਪੂਰ ਖਾਨਦਾਨ 'ਚ ਦੇਖੋ, ਜਿੱਦਾਂ ਪ੍ਰਿਥਵੀ ਰਾਜ ਕਪੂਰ ਭਾਰੇ, ਰਾਜ ਕਪੂਰ ਇਵੈਂਚੁਅਲੀ ਭਾਰਾ, ਰਿਸ਼ੀ ਕਪੂਰ ਵੀ ਭਾਰਾ ਹੋ ਗਿਆ ਸੀ, ਹੈ ਨਾ। ਸੋ ਜੈਨੇਟਿਕਸ ਨੇ ਆਪਣਾ ਕੰਮ ਕਰਨਾ ਵੀ ਜਿਹੜੇ ਫੈਟ ਸੈੱਲ ਆ ਉਹਨੂੰ ਸਿਗਨਲ ਦੇਣਾ ਵੀ ਤੂੰ ਵੱਡਾ। ਲੇਕਿਨ ਆਪਾਂ ਅੱਜ ਦੇ ਦੌਰ 'ਤੇ ਦੇਖੀਏ ਜਿਹੜੀ ਆ ਟ੍ਰਿਪਲ ਹੋਈ ਓਬੇਸਿਟੀ, ਉਹਦਾ ਮੇਨ ਕਾਰਨ 2 ਆ। ਪਹਿਲਾ ਕਾਰਨ ਰਾਸ਼ਨ, ਉਹਦੀ ਗਲਤ ਸੇਵਨ ਕਰਨਾ, ਅਤੇ ਦੂਜਾ ਐਕਟੀਵਿਟੀ ਲੈਵਲ ਬੱਚਿਆਂ ਦਾ ਘਟ ਗਿਆ। ਰਾਸ਼ਨ ਦੀ ਗੱਲ ਕਰੀਏ ਤਾਂ ਬੜੀ ਸੌਖੀ ਕੈਨੇਡਾ ਦੀ ਫੂਡ ਗਾਈਡ ਹੈਗੀ ਆ। ਔਰ ਅਗਰ ਤੁਸੀਂ ਦੇਖੀਏ ਤਾਂ ਜਿੱਦਾਂ ਇੱਕ ਰਾਊਂਡ ਪਲੇਟ ਹੁੰਦੀ ਹੈ, ਗੋਲ ਪਲੇਟ ਹੁੰਦੀ ਹੈ, ਉਹਦੇ ਵਾਂਗਰ ਬਣਾਈ ਹੈ। ਅੱਧੀ ਪਲੇਟ ਉਹਨਾਂ ਨੇ ਸਬਜ਼ੀਆਂ ਔਰ ਫਰੂਟ ਰੱਖ ਦਿੱਤਾ। ਮੇਰੀ ਗੱਲ, ਜਿਹੜੀ ਚੀਜ਼ ਮਿੱਟੀ ਤੋਂ ਉੱਗਦੀ ਹੈ, ਸਬਜ਼ੀਆਂ ਫਰੂਟ ਤਾਂ ਮਿੱਟੀ ਤੋਂ ਹੀ ਉੱਗਦੇ ਆ, ਹੈ ਨਾ। ਹਾਂਜੀ। ਉਹ 1/4 ਉਹਨਾਂ ਨੇ ਹੋਲ ਗ੍ਰੇਨ ਕਰਤੇ ਆ, ਜਿਹਦੇ ਵਿੱਚ ਮੈਦਾ ਇਸਤੇਮਾਲ ਨਹੀਂ ਕਰਨਾ। ਜਦੋਂ ਆਪਾਂ ਕਣਕ ਦੀ ਚੀਜ਼ ਖਾਣੀ ਆ, ਰੋਟੀ ਖਾਣੀ ਆ, ਬ੍ਰੈਡ ਖਾਣਾ, ਅਤੇ ਹੋਲ ਗ੍ਰੇਨ ਦਾ ਹੋਵੇ। ਫਿਰ 1/4 ਉਹਨਾਂ ਨੇ ਪ੍ਰੋਟੀਨ ਕਰ ਦਿੱਤੀ ਹੈ। ਹੁਣ ਦੇਖੋ ਪ੍ਰੋਟੀਨ ਦੇ ਵਿੱਚ ਵਾਦ ਵਿਵਾਦ ਚਾਹੀਦੇ ਆਉਂਦੇ। ਮੈਂ ਵੈਜੀਟੇਰੀਅਨ ਹੈਗਾ, ਕਈ ਮੀਟ ਵੀ ਖਾਂਦੇ ਆ, ਮੇਰੇ ਬੱਚੇ ਵੀ ਅੱਗ ਖਾ ਲੈਂਦੇ ਆ, ਔਰ ਬਹੁਤ ਸਾਰੇ ਲੋਕ ਖਾਂਦੇ ਆ। ਸੋ ਪ੍ਰੋਟੀਨ ਦੇ ਵਿੱਚ ਤੁਹਾਡੇ ਕੋਲ ਵੈਜੀਟੇਰੀਅਨ ਸੋਰਸ ਵੀ ਹੈਗਾ ਅਤੇ ਤੁਹਾਡੇ ਕੋਲ ਮੀਟ ਸੋਰਸ ਵੀ ਹੈਗਾ। ਸੋ ਉਹਦੇ ਵਿੱਚ ਤੁਹਾਡੀ ਮਰਜ਼ੀ, ਜੋ ਮਰਜ਼ੀ ਖਾਣੀ ਹੈ, ਕਾਲੇ ਚਣੇ ਖਾਓ, ਰਾਜਮਾ ਖਾਓ, ਦਾਲ ਖਾਓ, ਪਨੀਰ ਹੈਗਾ, ਟੋਫੂ ਹੈਗਾ, ਫਿਰ ਨੋਨ ਵੈਜ ਸਾਰਾ ਮਟੀਰੀਅਲ ਹੈਗਾ। ਔਰ ਅਗਰ ਤੁਸੀਂ ਪਲੇਟ ਦੇ ਸੱਜੇ ਪਾਸੇ ਉੱਪਰ ਦੇਖੋਗੇ ਕਿ ਗਲਾਸ ਆ, ਉਹਦੇ 'ਚ ਲਿਖਿਆ ਮੇਕ ਵਾਟਰ ਯੋਰ ਡਰਿੰਕ ਆਫ ਚੋਇਸ, ਵੀ ਸਿਰਫ ਪਾਣੀ ਪੀਣਾ, ਪਾਣੀ ਤੋਂ ਸਿਵਾ ਕੁਛ ਨਹੀਂ ਪੀਣਾ। ਹੁਣ ਪੰਗਾ ਇਹ ਪੈ ਗਿਆ ਵੀ ਬੱਚੇ ਆ ਉਹ ਬੰਬਾਰਡਡ ਹੈਗੇ ਆ, ਜਿਹੜੇ ਉਹਨਾਂ ਦੇ ਚੈਨਲਸ ਆ ਉਹਦੇ 'ਚ ਐਡਵਰਟਾਈਜ਼ਮੈਂਟ ਹੁੰਦੀ ਹੈ, ਆਹ ਜੂਸ ਵਧੀਆ, ਆਹ ਡਰਿੰਕ ਵਧੀਆ, ਸਾਰਾ ਮਤਲਬ ਸ਼ੂਗਰ ਵਾਲੇ ਜਿਹੜੇ ਲਿਕੁਇਡ ਡਰਿੰਕ ਆ, $1 ਬਿਲੀਅਨ ਇੰਡਸਟਰੀ ਐਡਵਰਟਾਈਜ਼ਮੈਂਟ ਦੀ। ਉਹ ਬੱਚੇ ਦੀ ਮਾਨਸਿਕਤਾ ਉੱਥੇ ਜਾਂਦੀ ਆ ਵੀ ਜਿਹੜਾ ਉਹਨਾਂ ਦਾ ਰੋਲ ਮਾਡਲ ਆ, ਭਾਵੇਂ ਉਹ ਸਪੋਰਟਸ ਪਰਸਨ ਆ, ਐਕਟਰ ਆ, ਜਾਂ ਬੱਚਿਆਂ ਦੇ ਵਿੱਚ ਵੀ ਕਈ ਜਿਹੜੇ ਬਹੁਤ ਫੇਮਸ ਹੋਏ ਆ, ਉਹ ਪ੍ਰਮੋਟ ਕਰ ਰਹੇ ਵੀ ਸ਼ਾਇਦ ਇਹ ਚੀਜ਼ ਵਧੀਆ ਹੋਊਗੀ। ਸੋ ਇਸ ਲਈ ਦੇਖੋ ਸਾਡਾ ਸਰੀਰ ਜਿਹੜਾ ਹੈਗਾ, ਇਹਦਾ 72% ਹਿੱਸਾ ਹੈਗਾ ਪਾਣੀ। ਔਰ ਮਹਾਰਾਜ ਕੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ 'ਚ, ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਈ। ਜਿਹੜੇ ਦਰਖਤ ਆ ਉਹਨਾਂ ਨੂੰ ਪਾਣੀ ਮਿਲਦਾ, ਪਸ਼ੂ ਪੰਖੀ ਪਾਣੀ ਪੀਂਦੇ, ਕੋਈ ਜੂਸ ਨਹੀਂ ਪੀਂਦਾ, ਤਾਂ ਉਹ ਵੀ ਤਾਂ ਆਪਣੀ ਪੂਰੀ ਆਯੂ ਜਿਹੜੀ ਭੋਗਦੇ ਆ। ਈਵਨ ਜਿਹੜਾ ਇੱਕ ਐਲੀਫੈਂਟ ਹੈਗਾ, ਇੱਕ
ਹਾਥੀ ਹੈਗਾ ਜਾਂ ਘੋੜਾ ਹੈਗਾ, ਉਹ ਵੈਜੀਟੇਰੀਅਨ ਹੈ, ਲੇਕਿਨ ਦੇਖੋ ਕਿੰਨਾ ਕੰਮ ਕਰਦੇ, ਪਾਣੀ ਪੀਂਦੇ ਹੈ ਨਾ। ਸੋ ਪਾਣੀ ਪੀਏ, ਪਾਣੀ ਦੇ ਨਾਲ ਆਪਾਂ ਜੁੜ ਜਾਈਏ, ਨਾਲ ਪਾਣੀ ਦੇ ਬਾਣੀ ਦੇ ਨਾਲ ਜੁੜ ਜਾਵਾਂਗੇ ਤੇ ਮਨ ਵੀ ਸ਼ਾਂਤ ਹੋ ਜਾਊਗਾ, ਹੈ ਨਾ, ਭਟਕਣਾ ਚ ਨਹੀਂ ਜਾਊਗਾ। ਸੋ ਸਾਰੇ ਪੈਰੈਂਟਸ ਜਿਹੜਾ ਕੈਨੇਡਾ ਦਾ ਫੂਡ ਗਾਈਡ ਆ, ਉਹਨੂੰ ਚੰਗੀ ਤਰ੍ਹਾਂ ਫੋਲੋ ਕਰਨ, ਔਰ ਹਮੇਸ਼ਾ ਮੈਂ ਕਹਿੰਦਾ ਹੁੰਦਾ ਇਹਦੇ ਵਿੱਚ ਤਵੱਜੋ ਦਿੱਤੀ ਜਾਏ। ਜਿਹੜਾ ਬਾਹਰਲਾ ਖਾਣਾ ਹੈ ਨਾ, ਖਾਸ ਕਰਕੇ ਜਿਹੜਾ ਫੈਕਟਰੀ ਤੋਂ ਹੁੰਦਾ, ਉਹ ਪ੍ਰੋਸੈਸਡ ਫੂਡ ਹੁੰਦਾ। ਉਹਦੇ 'ਚ ਹਿਡਨ ਕੈਲਰੀਜ਼ ਬਹੁਤ ਹੁੰਦੀ ਹੈ, ਸ਼ੂਗਰ ਕੰਟੈਂਟ ਬਹੁਤ ਹੁੰਦੀ ਆ, ਉਹਦੀ ਨਿਊਟ੍ਰੀਸ਼ਨਲ ਵੈਲਿਊ ਵੀ ਇੰਨੀ ਚੰਗੀ ਨਹੀਂ ਹੁੰਦੀ। ਹੁਣ ਆਪਾਂ ਨਾ ਇੱਕ ਗੇਮ ਖੇਡਾਂਗੇ, ਤੁਸੀਂ ਮੈਨੂੰ ਕਹੋਗੇ ਵੀ ਇਹ ਫਾਰਮ ਤੋਂ ਹੁੰਦਾ ਜਾਂ ਫੈਕਟਰੀ ਤੋਂ ਹੁੰਦਾ, ਹੈ ਨਾ। ਅੰਗੂਰ, ਫਾਰਮ ਤੋਂ। ਪਾਲਕ, ਫਾਰਮ ਤੋਂ। ਚਿਪਸ, ਫਾਰਮ ਤੋਂ। ਫੈਕਟਰੀ ਤੋਂ। ਕੁਕੀਜ਼, ਫੈਕਟਰੀ ਤੋਂ। ਆਈਸਕ੍ਰੀਮ। ਇਹ ਵੀ ਫੈਕਟਰੀ ਤੋਂ। ਸੋ ਫੈਕਟਰੀ ਬੰਦ ਕਰ ਲਓ ਤੇ ਫਾਰਮ ਕਰ ਲਿਆ। ਫਾਰਮ ਦੀ ਜਿਹੜੀ ਚੀਜ਼ ਆ, ਉਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਖਾ ਸਕਦੇ, ਕੋਈ ਲਿਮਿਟ ਨਹੀਂ। ਦੇਖੋ ਜਦੋਂ ਤੁਹਾਡਾ ਢਿੱਡ ਜਾਂ ਮੈਦਾ ਭਰਨੇ ਲੱਗ ਪਿਆ, ਤੁਹਾਡਾ ਬ੍ਰੇਨ ਨੂੰ ਸਿਗਨਲ ਮਿਲ ਗਿਆ ਮੈਂ ਰੱਜ ਗਿਆ, ਤੁਸੀਂ ਆਪੇ ਹਟ ਜਾਣਾ, ਹੈ ਨਾ। ਜ਼ਰੂਰੀ ਥੋੜ੍ਹੀ ਵੀ ਅਸੀਂ ਰੋਜ਼ 2 ਹੀ ਰੋਟੀਆਂ ਖਾਂਦੇ, ਕਿਸੇ ਦਿਨ 1.5 ਖਾ ਲਿੱਤੀ, ਕਿਸੇ ਦਿਨ 3 ਖਾ ਲਿੱਤੀਆਂ, ਰਾਈਟ। ਜੀ। ਸੋ ਬ੍ਰੇਨ ਸਾਨੂੰ ਉਹ ਸੈਟੀਟੀ ਸੈਂਟਰ ਹੁੰਦਾ, ਉਹ ਦੱਸਦਾ ਵੀ ਅਸੀਂ ਰੱਜ ਗਏ। ਸੋ ਮੇਨ ਤੇ ਹੈਗਾ ਖਾਣੇ ਦੇ ਉੱਤੇ ਤੋਂ, ਹਾਂ ਜਿਸ ਦਿਨ ਬ੍ਰੇਕਫਾਸਟ ਹੈ ਉਸ ਦਿਨ ਕੇਕ ਖਾ ਲਓ, ਮੈਨੂੰ ਵੀ ਮਾੜਾ ਮੋਟਾ ਖਵਾ ਦਿਓ, ਹੈ ਨਾ। ਉਹ ਬੰਦੇ ਐਕਸੈਪਸ਼ਨਸ ਰੱਖਣੇ ਚਾਹੀਦੇ, ਜ਼ਿੰਦਗੀ ਜੀਣੀ ਆ ਆਪਾਂ, ਇੱਦਾਂ ਨਹੀਂ ਵੀ ਬਿਲਕੁਲ ਬੰਦ ਕਰ ਦਿਓ। ਦੂਜੀ ਗੱਲ ਹੈ ਐਕਟੀਵਿਟੀ। ਜਦੋਂ ਹੁਣ ਐਕਟੀਵਿਟੀ ਦੀ ਗੱਲ ਕਰਦੇ ਹਾਂ, ਤੇ ਪਿਛਲੇ ਕਰੀਬਨ 2 ਦਹਾਕਿਆਂ 'ਚ ਅਸੀਂ ਦੇਖ ਰਹੇ ਹਾਂ ਵੀ 4-4 ਸਾਲ ਦੇ, 5-5 ਸਾਲ ਦੇ ਬੱਚੇ ਆ, ਉਹ ਵੀ ਸੈੱਲਫੋਨ ਲਈ ਫਿਰਦੇ ਆ। ਟੈਬਲੇਟ ਤਾਂ ਆਮ ਹੈਗਾ, ਔਰ ਪਹਿਲਾਂ ਹਾਈ ਸਕੂਲ 'ਚ ਬੱਚੇ ਸੈੱਲਫੋਨ ਮੰਗਦੇ ਸੀ, ਹੁਣ ਪ੍ਰੀ ਸਕੂਲ 'ਚ ਵੀ, ਪ੍ਰਾਇਮਰੀ ਸਕੂਲ 'ਚ ਵੀ ਲੈ ਰਹੇ। ਉਹ ਜਿਹੜੀ ਟੈਕਨੋਲੋਜੀ ਹੈ, ਉਹ ਪੈਸਿਵ ਮੋਡ ਆ, ਵੀ ਤੁਸੀਂ ਬਹਿ ਕੇ ਮਤਲਬ ਹੁਣ ਰੁੱਝ ਗਏ ਉਹਦੇ 'ਚ, ਗੇਮਾਂ ਖੇਡਣ ਲੱਗ ਪਏ, ਲੇਕਿਨ ਫਿਜ਼ੀਕਲ ਐਕਟੀਵਿਟੀ ਨਹੀਂ ਹੁੰਦੀ। ਬੋਡੀ ਨੂੰ ਗਤੀਮਾਨ ਹੋਣਾ ਚਾਹੀਦਾ, ਸਰੀਰ ਨੂੰ। ਹੁਣ ਜਿਹੜੇ ਆਪਾਂ ਕਾਰ 'ਚ ਹੂਟੇ ਮਾਟੇ ਲੈਂਦੇ ਆ, ਰਾਈਟ, ਠੀਕ ਹੈ, ਚੰਗੀ ਗੱਲ ਹੈ, ਸਾਨੂੰ ਟਰਾਂਸਪੋਰਟੇਸ਼ਨ ਚਾਹੀਦੀ ਹੈ, ਲੇਕਿਨ ਅਗਰ ਸਕੂਲ 15-20 ਮਿੰਟ, ਅੱਧੇ ਘੰਟੇ 'ਚ ਅਗਰ ਤੁਰ ਕੇ ਜਾਈਏ, ਤੁਰ ਕੇ ਆਈਏ, ਨਾਲ ਮਾਂ ਬਾਪ ਦੀ ਵੀ ਐਕਸਰਸਾਈਜ਼ ਹੋਏਗੀ, ਉਹਨਾਂ ਦੀ ਵੀ ਹੋਏਗੀ। ਜਦੋਂ ਆਪਾਂ ਤੁਰਦੇ ਹਾਂ, ਬੋਡੀ ਦਾ ਮੈਟਾਬੋਲਿਜ਼ਮ ਇਨਕਰੀਜ਼ ਹੁੰਦਾ, ਜਿਹੜੀ ਚੀਜ਼ ਖਾਧੀ ਉਹ ਵੀ ਪਚ ਜਾਂਦੀ। ਫਿਰ ਹਵਾ ਦੇ ਨਾਲ ਸੰਪਰਕ ਹੁੰਦਾ, ਬੱਦਲ ਜਾ ਰਹੇ, ਪਸ਼ੂ ਪੰਖੀ ਜਾ ਰਹੇ, ਤੇ ਸਾਰੀ ਜਿਹੜਾ ਬ੍ਰਹਿਮੰਡ ਆ, ਸਾਰਾ ਨੇਚਰ ਆ, ਉਹਦੇ ਨਾਲ ਵੀ ਤੁਹਾਡੀ ਕਨੈਕਸ਼ਨ ਹੁੰਦੀ, ਬਜਾਏ ਕਿ ਤੁਸੀਂ ਇੱਕ ਕਮਰੇ 'ਚ ਲੁੱਕ ਕੇ ਬੈਠ ਕੇ ਵੀਡੀਓ ਗੇਮ ਖੇਡ ਰਹੇ ਹੋ। ਕੈਨੇਡਾ ਦੇ ਬੱਚਿਆਂ ਨੂੰ ਹਰ ਇੱਕ ਪੱਧਰ 'ਚ ਅੱਛੇ ਮਾਰਕਸ ਮਿਲਦੇ, ਅਗਰ ਵਰਲਡ ਲੈਵਲ 'ਚ ਕਹੀਏ ਵੀ ਆਰਟਸ, ਮਿਊਜ਼ਿਕ, ਸਾਇੰਸ, ਮੈਥਸ, ਲੇਕਿਨ ਇੱਕ ਕੈਟੇਗਰੀ 'ਚ ਫੇਲ ਹੁੰਦੇ ਹੋਏਗੇ, ਫਿਜ਼ੀਕਲ ਐਜੂਕੇਸ਼ਨ 'ਚ। ਅਸੀਂ ਬਹੁਤ ਪਿੱਛੇ ਜੋ। ਸੋ ਘੱਟ ਤੋਂ ਘੱਟ 1 ਘੰਟਾ, 2 ਘੰਟੇ ਹੋਣ ਤਾਂ ਫਿਰ ਵਧੀਆ। ਸੋ ਮਿਨੀਮਮ ਹੈਗਾ 1 ਘੰਟਾ। ਹੁਣ ਤੁਸੀਂ ਕਹੋਗੇ ਸਿਆਲਾਂ ਦੇ ਦਿਨ ਆ, ਡਾਕਟਰ ਪੂਰੀ ਕਹਿੰਦਾ ਬਾਹਰ ਘੁੰਮੋ ਫਿਰੋ, ਘਰ ਦੇ ਵਿੱਚ ਵੀ ਤੁਸੀਂ ਐਕਟੀਵਿਟੀਜ਼ ਰੱਖ ਸਕਦੇ ਹੋ, ਤੁਸੀਂ ਗੇਮਾਂ ਖੇਡ ਸਕਦੇ ਹੋ, ਤੁਸੀਂ ਅਪ ਐਂਡ ਡਾਊਨ ਪੌੜੀਆਂ 'ਤੇ ਜਾ ਸਕਦੇ ਹੋ, ਤੁਸੀਂ ਫਿਰ ਵੀ ਕੱਪੜੇ ਪਾ ਕੇ ਵੋਕ 'ਤੇ ਜਾ ਸਕਦੇ ਹੋ, ਹੁਣ ਤਾਂ ਸਨੋ ਚਲੀ ਗਈ ਹੈ ਨਾ। ਸੋ ਤੁਹਾਨੂੰ ਇਹ ਜਿਹੜੀ ਹੈਗੀ ਆ ਮਨੋਬਿਰਤੀ ਆਪਣੀ ਇੰਪਰੂਵ ਕਰਨੀ ਚਾਹੀਦੀ ਆ। ਮੰਨਿਆ ਚਲੋ ਮੰਡੇ ਟੂ ਫਰਾਈਡੇ ਕਈ ਵਾਰ ਬੱਚੇ ਬਹੁਤ ਰੁੱਝ ਗਏ ਪੜ੍ਹਾਈ 'ਚ, ਤਾਂ ਵੀਕਐਂਡ 'ਤੇ ਹੈਗਾ, ਉਦੋਂ ਤੁਰ ਲਓ, ਤੁਹਾਡੇ ਲਾਗੇ ਚਾਗੇ ਸਕੂਲ ਦਾ ਟਰੈਕ ਹੈ, ਉੱਥੇ ਚਲੇ ਜਾਓ, ਟ੍ਰੇਲਸ 'ਚ ਚਲੇ ਜਾਓ। ਦੇਖੋ ਤੁਰਨ ਦੇ ਵਿੱਚ ਕੀ ਹੈ, ਸ਼ੂਜ਼ ਤਾਂ ਸਾਰੇ ਘਰ ਹੈਗੇ, ਜੈਕਟ ਵੀ ਹੈਗੇ, ਕੋਈ ਤੁਹਾਨੂੰ ਐਕਸਟਰਾ ਇਕੁਇਪਮੈਂਟ ਦੀ ਲੋੜ ਨਹੀਂ ਹੈ। ਬਾਕੀ ਅਗਰ ਤੁਸੀਂ ਕੋਈ ਗੇਮ ਗੂਮ ਖੇਡਣੀ ਹੈ, ਚਲੋ ਸੌਕਰ ਦਾ ਬਾਲ ਲੈ ਲਓ, $8-10 ਦਾ ਆ ਜਾਊਗਾ, ਹੈ ਨਾ। ਜ਼ਰੂਰ ਥੋੜ੍ਹੀ ਹੋਗੀ ਤੁਸੀਂ ਹੁਣ ਆਈਸ ਹਾਕੀ ਸਾਰਿਆਂ ਨੂੰ ਖੇਡਣੀ, ਜਿਹਦਾ 500 ਦਾ ਮਟੀਰੀਅਲ ਹੁੰਦਾ, ਅਫੋਰਡੇਬਿਲਿਟੀ ਵੀ ਕਈ ਵਾਰ ਲੋ ਹੁੰਦੀ। ਸੋ ਤੁਹਾਨੂੰ ਐਕਟੀਵਿਟੀ ਜਿਹੜੀ ਹੈਗੀ ਇੰਪਰੂਵ ਰੱਖਣੀ ਚਾਹੀਦੀ ਹੈ। ਥੈਂਕ ਯੂ ਡਾਕਟਰ। ਮੇਰਾ ਅਗਲਾ ਕੁਐਸਚਨ ਹੈ ਕਿ ਓਬੈਸਿਟੀ ਬੱਚਿਆਂ 'ਚ ਹੁੰਦੀ ਕਿਵੇਂ ਹੈ? ਇਹਦਾ ਮੇਨ ਕਾਰਨ ਕੀ ਹੈ ਅਤੇ ਇਹ ਸ਼ੁਰੂ ਕਿਵੇਂ ਹੁੰਦੀ ਹੈ? ਦੇਖੋ ਬਚਪਨ ਤੋਂ ਹੀ ਸ਼ੁਰੂਆਤ ਤੋਂ ਹੀ ਹੁੰਦੀ ਹੈ। ਅਗਰ ਆਪਾਂ ਹਿਸਟਰੀ ਦੇਖੀਏ ਤਾਂ ਜਿਹੜਾ ਬੱਚਾ ਮਾਂ ਦਾ ਦੁੱਧ ਪੀਂਦਾ ਹੈ, ਉਹ ਬਹੁਤਾ ਕਰਕੇ ਓਬੇਸਿਟੀ ਘੱਟ ਹੁੰਦੀ ਹੈ। ਜਿਹੜਾ ਫਾਰਮੂਲਾ ਫੈਡ ਬੇਬੀ ਉਹਦੇ 'ਚ ਅਸੀਂ ਜ਼ਿਆਦਾ ਦੇਖਦੇ ਹਾਂ। ਦੂਜਾ ਜਿਹੜਾ ਅਰਲੀ ਇੰਟਰੋਡਕਸ਼ਨ ਆਫ ਸੋਲਿਡ ਆ, ਅਸੀਂ ਕਹਿੰਦੇ ਹਾਂ ਵੀ 6 ਮਹੀਨੇ ਤੋਂ ਕਰੋ, 6 ਮਹੀਨੇ ਤੋਂ ਕਰੋ, ਲੇਕਿਨ ਕਈ ਮਾਂ ਬਾਪ ਨੂੰ ਚਾਅ ਬਹੁਤ ਹੁੰਦਾ 4 ਮਹੀਨੇ 'ਚ। ਉਹ ਵੀ ਸਾਇੰਸ ਆ ਰਹੀ ਹੈ ਵੀ ਅਰਲੀ ਇੰਟਰੋਡਕਸ਼ਨ ਸੋਲਿਡਸ ਦਾ ਜਿਹੜਾ ਹੈਗਾ ਉਹ। ਦੂਜਾ ਹੈਗਾ ਫੂਡ ਚੋਇਸਿਸ, ਜਿੱਦਾਂ ਮੈਂ ਕਿਹਾ ਸੀ ਕਈ ਘਰਾਂ 'ਚ ਨਾ ਸਾਰੀ ਫੈਮਿਲੀ ਤੇ ਫੈਮਿਲੀ ਤੁਸੀਂ ਦੇਖੋ ਕਿ ਬਹੁਤ ਭਾਰੀ ਹੈ, ਕਿਉਂਕਿ ਉਹ ਫੂਡ ਜਿਹੜੇ ਬਾਏ ਕਰ ਰਹੇ ਆ ਉਹਦੇ ਸ਼ੂਗਰ ਕੰਟੈਂਟ ਜ਼ਿਆਦਾ, ਨਿਊਟ੍ਰੀਸ਼ਨਲ ਵੈਲਿਊ ਜ਼ਿਆਦਾ, ਪੂਰੀ ਫੈਮਿਲੀ ਉਹੀ ਖਾ ਰਹੀ। ਸੋ ਫੈਮਿਲੀ ਦਾ ਬਿਲੀਫ ਸਿਸਟਮ ਉਸ ਫੂਡ ਦੇ ਉੱਤੇ ਹੋ ਗਿਆ, ਹੈ ਨਾ। ਦੂਜੀ ਜਿੱਦਾਂ ਮੈਂ ਦੱਸਿਆ ਸੀ ਵੀ ਖਾਣਾ ਗਲਤ ਖਾਣਾ, ਆਪਾਂ ਐਕਟੀਵਿਟੀ ਨਹੀਂ ਕਰਨੀ। ਨੀਂਦ ਦਾ ਇੱਕ ਬਹੁਤ ਡਾਇਰੈਕਟ ਸੰਬੰਧ ਹੈਗਾ। ਬੱਚਿਆਂ ਨੂੰ 12 ਘੰਟੇ ਘੱਟ ਤੋਂ ਘੱਟ ਨੀਂਦ ਚਾਹੀਦੀ, ਨਿੱਕਿਆਂ ਨੂੰ। ਜਿਹੜੇ ਟੀਨੇਜਰਸ ਜਿਹੜੇ ਜਵਾਨ ਹੋ ਰਹੇ ਉਹਨਾਂ ਨੂੰ 10 ਘੰਟੇ ਚਾਹੀਦੇ, ਐਡਲਟ ਨੂੰ ਘੱਟ ਤੋਂ ਘੱਟ 7 ਘੰਟੇ। ਜਦੋਂ ਆਪਾਂ ਸੌਂਦੇ ਹਾਂ, ਸਾਡੇ ਬੋਡੀ ਦੇ ਸਾਰੇ ਹਾਰਮੋਨਸ ਜਿਹੜੇ ਆ ਉਹ ਰੀਸੈਟ ਹੁੰਦੇ ਆ। ਜਦੋਂ ਨਹੀਂ ਸੌਂਦੇ ਤਾਂ ਕੋਰਟੀਸੋਲ ਹਾਰਮੋਨ ਜਿਹੜਾ ਹੈਗਾ ਉਹ ਗਾਂਹ ਹੁੰਦਾ। ਔਰ ਅਗਰ ਸਮਝੋ ਕੋਈ ਐਗਜ਼ਾਮ ਜਾਂ ਕੋਈ ਸਟ੍ਰੈਸ ਪਿਆ,
ਤੇ ਉਹ ਜ਼ਿਆਦਾ ਪੰਪ ਹੁੰਦਾ, ਉਹਦੇ ਨਾਲ ਭੁੱਖ ਜ਼ਿਆਦਾ ਲੱਗਦੀ ਹੈ, ਉਹਦੇ ਨਾਲ ਮੋਟਾਪਾ ਫਿਰ ਜ਼ਿਆਦਾ ਲੱਗੂਗਾ, ਹੈ ਨਾ? ਸੋ ਇਸ ਲਈ ਅਗਰ ਹਾਰਮੋਨਸ ਦੀ ਬੈਲੈਂਸ ਚਾਹੀਦੀ ਹੈ ਤਾਂ ਸਲੀਪ ਇੰਪੋਰਟੈਂਟ ਹੈਗਾ। ਕਈ ਬੱਚੇ ਹੈਗੇ ਆ, ਉਹਨਾਂ ਦੇ ਨੱਕ ਦੇ ਵਿੱਚ ਐਡੀਨੋਇਡਸ ਹੁੰਦੇ, ਜਿਹਨੂੰ ਆਪਾਂ ਗਲੇ 'ਚ ਟੌਂਸਲ ਕਹਿੰਦੇ ਆ, ਨੱਕ 'ਚ ਐਡੀਨੋਇਡ, ਉਹਦੇ ਕਰਕੇ ਉਹਨਾਂ ਨੂੰ ਘਰਾੜੇ ਹੁੰਦੇ ਆ, ਉਹਦੀ ਵੀ ਟਰੀਟਮੈਂਟ ਕਰਨੀ ਪੈਂਦੀ। ਕਈਆਂ ਨੂੰ ਸਲੀਪ ਐਪਨੀਆ ਹੁੰਦਾ, ਉਹਦੀ ਟਰੀਟਮੈਂਟ ਕਰਨੀ ਪੈਂਦੀ। ਕਈ ਜਿਹੜੇ ਹੁਣ ਹਾਈ ਸਕੂਲ ਦੇ ਬੱਚੇ, ਉਹਨਾਂ ਦਾ ਐਗਜ਼ਾਮ ਦਾ ਬੋਝ ਆ, ਸਟ੍ਰੈਸ ਆ, ਹਮ, ਕਈ ਤਾਂ ਮਤਲਬ ਖਾਣਾ ਘਟਾ ਦਿੰਦੇ, ਕਈ ਵਧਾ ਦਿੰਦੇ। ਸੋ ਉਹ ਵੀ ਤੁਹਾਨੂੰ ਨਿਵਰਤ ਕਰਨਾ ਪਏਗਾ। ਸੋ ਪੂਰੀ ਹਿਸਟਰੀ ਲੈ ਕੇ, ਫਿਜ਼ੀਕਲ ਐਗਜ਼ਾਮੀਨੇਸ਼ਨ ਲੈ ਕੇ, ਔਰ ਕਈ ਵਾਰ ਸਾਨੂੰ ਲੈਬ ਟੈਸਟ ਵੀ ਕਰਨੇ ਪੈਂਦੇ ਆ ਵੀ ਕੋਈ ਹੋਰ ਰੋਗ ਨਾ ਹੋਵੇ। ਜਿਵੇਂ ਥਾਇਰੋਇਡ ਦਾ ਪ੍ਰੋਬਲਮ ਹੋਏ ਤਾਂ ਵੇਟ ਵਧੀ ਜਾਊਗਾ, ਕੋਲੇਸਟਰੋਲ ਜਿਹੜਾ ਹੈਗਾ ਜ਼ਿਆਦਾ ਬੋਡੀ 'ਚ ਹੋਊਗਾ ਤਾਂ ਤੁਹਾਡੇ ਹਾਰਟ ਨੂੰ ਪ੍ਰੋਬਲਮ ਪਊਗੀ, ਸ਼ੂਗਰ ਅਗਰ ਉਹਦਾ ਵੱਧਦਾ ਜਾ ਰਿਹਾ ਤਾਂ ਤੁਹਾਨੂੰ ਡਾਇਬਟੀਸ ਹੋਣ ਦੀ ਸੰਭਾਵਨਾ ਹੈਗੀ ਹੈ। ਸਾਰਾ ਵੇਟ ਤਾਂ ਗੋਡਿਆਂ 'ਚ ਪੈਣਾ, ਫਿਰ ਗਾਂਹ ਚੱਲ ਕੇ 30-35 ਸਾਲ 'ਚ ਗੋਡੇ ਖਰਾਬ ਹੋਣੇ ਸ਼ੁਰੂ ਹੋਣੇ। ਜਿੱਦਾਂ ਸਮਝੋ ਕੋਈ ਕਾਰ ਆ, ਉਹਦਾ ਟਾਇਰ ਆ, ਉਹ ਘੱਸਦਾ ਜਾਏ ਤੇ ਫਿਰ ਇਵੈਂਚੁਅਲੀ ਤਾਂ ਉਹਨੂੰ ਰਿਪਲੇਸ ਕਰਨਾ ਪਊਗਾ, ਰਾਈਟ? ਹਾਂਜੀ। ਅਗਰ ਤੁਸੀਂ ਕਾਰ ਘੱਟ ਚਲਾਓਗੇ, ਲੋਡ ਘੱਟ ਪਾਓਗੇ ਤਾਂ ਟਾਇਰ ਘੱਟ ਘੱਸੂਗਾ। ਸੋ ਸਾਰੀ ਚੀਜ਼ਾਂ ਇੰਪੋਰਟੈਂਟ ਹੈਗੀਆਂ ਵੀ ਲੇਟਰ ਔਨ ਲਾਈਫ 'ਚ ਉਹਨਾਂ ਨੂੰ ਟਾਈਪ 2 ਡਾਇਬਟੀਜ਼, ਹਾਰਟ ਪ੍ਰੋਬਲਮ, ਉਹਨਾਂ ਦੀ ਆਰਥਰਾਈਟਿਸ, ਫਿਰ ਐਡਲਟਸ ਦੇ ਵਿੱਚ ਲਿੰਕ ਕਾਫੀ ਆ ਰਿਹਾ ਵੀ ਵੈਰਾਈਟੀ ਆਫ ਕੈਂਸਰਸ ਦਾ ਜਨਮ ਵੀ ਮੋਟਾਪੇ ਤੋਂ ਹੋ ਸਕਦਾ। ਥੈਂਕ ਯੂ। ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਓਬੈਸਿਟੀ ਤੇ ਓਵਰਵੇਟ 'ਚ ਡਿਫਰੈਂਸ ਕੀ ਆ? ਸ਼ਿਫਾਲੀ ਜੀ, ਬਹੁਤ ਸੋਹਣਾ ਕੁਐਸਚਨ ਲੈ ਕੇ ਆਉਂਦਾ। ਜਦੋਂ ਵੀ ਅਸੀਂ ਬੱਚਾ ਦੇਖਦੇ ਆ, ਹੁਣ ਤਾਂ ਸਾਡਾ ਬਹੁਤ ਰਿਫਾਈਨਡ ਹੋ ਗਿਆ। ਪਹਿਲਾਂ ਮੈਨੂਅਲੀ ਸਾਨੂੰ ਕੈਲਕੂਲੇਟ ਕਰਨਾ ਪੈਂਦਾ ਸੀ, ਉਹਦਾ ਨਾਮ ਹੈਗਾ ਬੋਡੀ ਮਾਸ ਇੰਡੈਕਸ, ਜਿਹਨੂੰ ਕਹਿੰਦੇ BMI। ਹੁਣ ਪੁਰਾਣੇ ਸਟਰਕਚਰ, ਕਿਉਂਕਿ ਮੈਂ ਮੈਨੂਅਲ ਵੀ ਕੈਲਕੂਲੇਟ ਕੀਤਾ, ਜਿੰਨਾ ਤੁਹਾਡਾ weight ਹੈਗਾ ਨਾ ਕਿਲੋਗ੍ਰਾਮ 'ਚ, ਉਹਦੀ ਡਿਵਾਈਡ ਕਰਨੀ ਆ ਤੁਹਾਡੀ ਹਾਈਟ ਮੀਟਰ ਸਕੁਆਇਰ ਦੇ ਨਾਲ। ਜਿਵੇਂ 1.5 ਅਗਰ ਮੀਟਰ ਆ ਤਾਂ ਉਹਦਾ ਮੀਟਰ ਸਕੁਆਇਰ, ਤੇ ਅਗਰ ਤੁਹਾਡਾ weight ਹੈਗਾ ਸਮਝੋ 50 ਕਿਲੋ, ਉਹਦੇ ਨਾਲ ਡਿਵਾਈਡ ਕਰਨੀ ਹੈ ਨਾ। ਤੇ ਜਿਹੜਾ ਬੋਡੀ ਮਾਸ ਇੰਡੈਕਸ ਹੈਗਾ, ਇਹ ਰਫ ਐਸਟੀਮੇਟ ਹੈਗਾ, ਜਿਹਦਾ ਸਾਨੂੰ ਇੱਕੋ ਹੀ ਸਾਡੇ ਕੋਲ ਟੂਲ ਹੈਗਾ, ਹੋਰ ਤਾਂ ਟੂਲ ਵੀ ਨਹੀਂ ਹੈਗੇ ਮੋਟਾਪੇ ਨੂੰ ਨਾਪਣ ਵਾਸਤੇ। 18.5 ਤੋਂ 22.5 ਤੱਕ ਬਹੁਤ ਵਧੀਆ ਵੀ ਤੁਹਾਡੇ ਬੋਡੀ ਜਿਹੜੀ ਬੱਚੇ ਦੀ ਹੈ ਪਰਫੈਕਟ ਹੈ। 25 ਤੋਂ ਉੱਤੇ ਗਿਆ ਤੇ ਅਸੀਂ ਓਵਰਵੇਟ ਕਹਿੰਦੇ ਹਾਂ। ਅਗਰ 30 ਤੋਂ ਟੱਪ ਗਿਆ ਤਾਂ ਫਿਰ ਉਹਨੂੰ ਓਬੇਸਿਟੀ ਜਾਂ ਮੋਟਾਪੇ ਦਾ ਟਾਈਟਲ ਲੱਗ ਗਿਆ। ਹੁਣ 30 ਤੋਂ 35 ਹੈ, ਟਾਈਪ 1 ਕਹਿੰਦੇ ਆ ਵੀ ਲੈਵਲ 1 ਤੇ ਹੈਗਾ। 35 ਤੋਂ 40 ਗਈ ਹੈ ਤੇ ਲੈਵਲ 2, ਤੇ 40 ਤੋਂ ਉੱਤੇ ਤੇ ਲੈਵਲ 3। ਮੀਨਸ ਜਿਉਂ-ਜਿਉਂ BMI ਵੱਧਦਾ, ਉਹ ਇਲਾਜ ਫਿਰ ਸਾਨੂੰ ਜ਼ਰੂਰੀ ਕਰਨਾ ਪੈਂਦਾ। ਉਹਦੇ ਸਾਨੂੰ ਸਟ੍ਰਿਕਨੈਂਸ ਵਾਪਰਨੀ ਪੈਂਦੀ ਆ, ਸਾਨੂੰ ਬਿਲਕੁਲ ਨਿਊਟ੍ਰੀਸ਼ਨਿਸਟ ਰੱਖਣਾ ਪੈਂਦਾ। ਇੱਕ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਨੇ ਪ੍ਰੋਗਰਾਮ ਸ਼ੁਰੂ ਕੀਤਾ, ਸ਼ੇਪ ਡਾਊਨ BC ਪ੍ਰੋਗਰਾਮ। ਉਹ ਬੋਡੀ ਮਾਸ ਇੰਡੈਕਸ ਜਿਹੜਾ 30 ਆ, ਉਹ ਤੋਂ ਉੱਤੇ ਲੈਂਦੇ ਆ। 40-45 ਤੋਂ ਉੱਤੇ ਤਾਂ ਡੈਫੀਨੇਟਲੀ ਉਹ ਲੈਂਦੇ, ਉਹਨਾਂ ਦੀ ਵੇਟਿੰਗ ਹੈਗੀ ਆ। ਸੋ ਕਾਉਂਸਲਿੰਗ ਕਰਦੇ ਆ ਵੀ ਖਾਣਾ ਕਿੱਦਾਂ ਠੀਕ ਖਾਣਾ, ਐਕਸਰਸਾਈਜ਼ ਕਿੱਦਾਂ ਕਰਨੀ, ਆਪਣੀ ਕੈਲਰੀਜ਼ ਕਿੱਦਾਂ ਵਾਚ ਕਰਨੀ। ਸੌਰੀ, ਅਗਰ ਤੁਹਾਨੂੰ 1 ਪਾਊਂਡ ਘਟਾਉਣਾ weight, ਤੇ ਤੁਹਾਨੂੰ 3500 ਕੈਲੋਰੀਜ਼ ਡੈਫੀਸਿਟ 'ਚ ਜਾਣਾ ਪਊਗਾ। ਅਗਰ ਤੁਸੀਂ ਰੋਜ਼ 500 ਕੈਲੋਰੀਜ਼ ਘਟਾ ਲਓ ਔਰ 500 ਕੈਲੋਰੀਜ਼ ਦਾ ਐਕਸਰਸਾਈਜ਼ ਵਧਾ ਲਓ, ਤਾਂ ਹਰ ਤੀਜੇ ਚੌਥੇ ਦਿਨ ਬਾਅਦ 1 ਪਾਊਂਡ ਘਟ ਸਕਦਾ। ਬੜਾ ਸਿੰਪਲ ਜਿਹਾ ਫਾਰਮੂਲਾ। ਅਗਰ ਤੁਹਾਡੀ ਐਕਟੀਵਿਟੀ ਜਿਹੜੀ ਹੈਗੀ ਆ 500 ਕੈਲੋਰੀਜ਼ ਦੀ, ਮਸਾਂ ਘੰਟੇ, ਡੇਢ ਘੰਟੇ ਬਾਅਦ ਹੋਊਗੀ। ਅਗਰ ਤੁਸੀਂ ਜਿਮ ਜਾਓਗੇ, ਉਹ ਵੀ ਹੁਣ ਨਿੱਕੇ ਬੱਚੇ ਆ, ਉਹਨਾਂ ਨੂੰ ਵੇਟ ਟ੍ਰੇਨਿੰਗ ਕਰ ਨਹੀਂ ਸਕਦੇ, ਮਾੜਾ ਜਿਹਾ ਕਾਰਡੀਓ ਹੀ ਕਰ ਸਕਦੇ। ਸੋ ਮੇਨਲੀ 90% ਅਸੀਂ ਉਹਨਾਂ ਦੇ ਖਾਣੇ ਦੇ ਉੱਤੇ ਤਵੱਜੋ ਦਿੰਦੇ ਹਾਂ। ਦੂਜਾ ਇੱਕ ਹੋਰ ਰਫ ਐਸਟੀਮੇਟ ਹੈਗਾ, ਜਿਹੜਾ ਬਿਲਕੁਲ ਈਜ਼ੀ ਹੈਗਾ। ਉਹ ਹੈਗਾ ਵੀ ਜਿੰਨੀ ਤੁਹਾਡੀ ਲੰਬਾਈ ਆ, ਸਮਝੋ ਕਿਸੇ ਦੀ ਐਡਲਟ ਦੀ ਗੱਲ ਕਰ ਰਹੇ ਹਾਂ, ਲੰਬਾਈ 6 ਫੁੱਟ ਹੈ, ਉਹਦੀ ਜਿਹੜੀ ਪੇਟੀ ਆ, ਜਿਹੜੇ ਬੈਲਟ ਬਣਦੇ ਆ, ਉਹ 36 ਇੰਚ, ਉਹ ਹਾਫ ਹੋਣੀ ਚਾਹੀਦੀ ਹੈ ਤੁਹਾਡੇ ਹਾਈਟ ਦੇ ਹਿਸਾਬ ਨਾਲ। ਵੀ 36 ਇੰਚ ਤੋਂ ਉੱਤੇ ਮੀਨਸ ਮੋਟਾਪਾ ਜਿਹੜਾ ਹੈਗਾ ਪਣਪ ਰਿਹਾ। ਅਗਰ ਉਹ 38 ਤੋਂ ਉੱਤੇ ਆ, ਮੀਨਸ ਤੁਹਾਨੂੰ ਜ਼ਿਆਦਾ ਕੰਮ ਕਰਨਾ ਪੈਣਾ। ਅਗਰ 40 ਤੋਂ ਉੱਤੇ ਬੈਲਟ ਚੱਲੇਗੀ, ਮੀਨਸ ਡੈਫੀਨੇਟਲੀ ਓਬੇਸਿਟੀ ਹੈਗੀ ਹੈ। ਸੋ ਅਗਰ ਕੋਈ ਬੱਚਾ 5 ਫੁੱਟ 10 ਇੰਚ ਦਾ ਹੈ ਨਾ, ਤਾਂ 35 ਤੋਂ ਥੱਲੇ ਹੋਣੀ ਚਾਹੀਦੀ ਹੈ। ਅਗਰ 5 ਫੁੱਟ 2 ਇੰਚ ਦਾ, ਤਾਂ ਉਸ ਹਿਸਾਬ ਦੇ ਨਾਲ 31-32 ਤੋਂ ਥੱਲੇ ਰਹਿਣਾ ਚਾਹੀਦਾ। ਸੋ ਇਸ ਹਿਸਾਬ ਦੇ ਨਾਲ ਇਹ ਵੀ ਰਫ ਐਸਟੀਮੇਟ ਹੈ। ਅਗਰ ਆਪਾਂ ਦੇਖੀਏ ਵਰਲਡ ਵਾਈਡ, ਤਾਂ ਮੋਸਟਲੀ ਇਹ ਮੈਥਡ ਯੂਜ਼ ਕੀਤਾ ਜਾਣਾ, ਕਿਉਂਕਿ ਪਿੰਡਾਂ 'ਚ ਕੌਣ ਵੇਇੰਗ ਸਕੇਲ ਲੈ ਕੇ ਜਾਊਗਾ, ਕੌਣ ਉੱਥੇ ਮੈਜਰਮੈਂਟ ਕਰੂਗਾ, ਹੈ ਨਾ? ਸੋ ਇਹ ਵੀ ਮੈਥਡ ਯੂਜ਼ ਹੁੰਦਾ। ਬੋਡੀ ਮਾਸ ਇੰਡੈਕਸ ਬੜਾ ਈਜ਼ੀ ਹੈ, ਸਾਡੇ ਕੋਲ ਸਾਰਿਆਂ ਕੋਲ ਸਮਾਰਟਫੋਨ ਹੈਗੇ, ਉਹਦੇ 'ਚ ਤੁਸੀਂ ਗੂਗਲ 'ਚ ਪਾਓਗੇ BMI ਕੈਲਕੂਲੇਟਰ, ਤੁਹਾਨੂੰ ਐਗਜ਼ੈਕਟਲੀ ਉਸੇ ਟਾਈਮ ਤੁਹਾਡਾ weight ਔਰ ਹਾਈਟ ਚਾਹੀਦੀ ਹੈ, ਤਾਂ ਜਿਹੜਾ ਤੁਸੀਂ ਪਾਓਗੇ ਉਸ ਹਿਸਾਬ ਦੇ ਨਾਲ BMI ਤੁਹਾਡੇ ਸਾਹਮਣੇ ਆਊਗਾ। ਉਹਦੇ ਤੋਂ ਬਾਅਦ ਸਟ੍ਰੈਟਜੀ ਬਣਦੀ ਹੈ ਵੀ ਅਸੀਂ ਇਹਨੂੰ ਦਰੁਸਤ ਕਿੱਦਾਂ ਕਰਨਾ। ਓਕੇ, ਥੈਂਕ ਯੂ ਡਾਕਟਰ। ਮੇਰਾ ਅਗਲਾ ਕੁਐਸਚਨ ਆ ਕਿ ਕਿਹੜੇ ਏਜ ਗਰੁੱਪ ਦੇ ਬੱਚਿਆਂ 'ਚ ਓਬੈਸਿਟੀ ਜ਼ਿਆਦਾ ਹੁੰਦੀ ਆ ਅਤੇ ਪੇਰੈਂਟਸ ਦਾ ਕੀ ਕੰਟਰੀਬਿਊਸ਼ਨ ਹੁੰਦਾ ਇਹਦੇ ਵਿੱਚ? ਜਿਹੜੇ ਬੱਚੇ ਅਸੀਂ ਦੇਖਦੇ ਮੋਸਟਲੀ ਹੁਣ ਜ਼ਿਆਦਾ ਟੀਨੇਜਰਸ ਅਸੀਂ ਦੇਖ ਰਹੇ ਹਾਂ, ਜਿਨ੍ਹਾਂ ਨੂੰ ਓਬੇਸਿਟੀ ਹੈਗੀ ਹੈ,
ਹੁਣ ਕੋਵਿਡ ਕਰਕੇ ਵੀ ਪੰਗਾ ਪੈ ਗਿਆ, ਬੱਚੇ ਐਕਟੀਵਿਟੀ ਕਰ ਨਹੀਂ ਸਕੇ, ਘਰ ਬੈਠੇ ਰਾਸ਼ਨ ਖਾਈ ਜਾਂਦੇ ਆ। ਉਹ ਔਨਲਾਈਨ ਚਲੋ ਸਕੂਲਿੰਗ ਵੀ ਹੁੰਦੀ ਸੀ, ਔਨਲਾਈਨ ਉਹਨਾਂ ਦਾ ਯੂਨੀਵਰਸਿਟੀ ਕੰਮ ਵੀ ਹੁੰਦਾ ਸੀ। ਸੋ ਉਹਨਾਂ ਨੇ ਵੇਟ ਗੇਨ ਕੀਤਾ, ਬਹੁਤ ਬੱਚਿਆਂ ਨੇ ਵੇਟ ਗੇਨ ਕੀਤਾ, ਲੇਕਿਨ ਉਹ ਮੋਟੀਵੇਟਿਡ ਵੀ ਹੈਗੇ ਆ ਵੀ ਅਸੀਂ ਆਪਣਾ ਜਿਹੜਾ ਹੈਗਾ ਹੁਣ ਕੋਵਿਡ ਤੋਂ ਬਾਅਦ ਇੰਪਰੂਵਮੈਂਟ ਕਰਨੀ ਹੈ। ਉਸ ਤੋਂ ਪਹਿਲਾਂ ਅਸੀਂ ਕਰੀਬਨ 6 ਤੋਂ 12 ਸਾਲ ਦੇ ਬੱਚੇ ਦੇ ਵਿੱਚ ਅਸੀਂ ਓਬੇਸਿਟੀ ਦੇਖਦੇ ਸੀ। ਉਹਦਾ ਮੇਨ ਰੀਜ਼ਨ ਇਹ ਸੀ ਵੀ ਸ਼ੂਗਰ ਕੰਟੇਨਿੰਗ ਡਰਿੰਕ ਉਹ ਜ਼ਿਆਦਾ ਸੇਵਨ ਕਰਦੇ ਸੀ, ਮਿੱਠੇ ਦੇ ਵਿੱਚ ਉਹਨਾਂ ਦਾ ਜ਼ਿਆਦਾ ਰੁਚੀ ਸੀ। ਸੋ ਮੈਂ ਇਹਦੇ ਵਿੱਚ ਨਾ ਇੱਕ ਬਹੁਤ ਛੋਟਾ ਜਿਹਾ ਫਾਰਮੂਲਾ ਬਣਾਇਆ ਨਾ, ਜ਼ੀਰੋ ਸ਼ੂਗਰ ਕੰਟੇਨਿੰਗ ਡਰਿੰਕ, ਵੀ ਕੋਈ ਵੀ ਸ਼ੂਗਰ ਵਾਲਾ ਸ਼ਰਬਤ, ਜੂਸ, ਸੋਡਾ ਨਹੀਂ ਪੀਣਾ, ਸਿਰਫ ਪਾਣੀ ਪੀਣਾ ਹੈ ਨਾ। ਹਾਂਜੀ। ਇੱਕ ਵਾਰੀ ਘੱਟ ਤੋਂ ਘੱਟ ਤੁਹਾਨੂੰ ਪ੍ਰੋਟੀਨ ਚਾਹੀਦਾ ਕਿਉਂਕਿ ਬੋਡੀ ਦਾ ਬਿਲਡਿੰਗ ਬਲੌਕ ਹੈਗਾ। 2 ਵਾਰੀ ਤੁਸੀਂ ਮਿਲਕ ਪ੍ਰੋਡਕਟ ਲੈ ਲਓ, 200 ml ਸਵੇਰੇ, 200 ml ਸ਼ਾਮੀ, ਜਾਂ ਦਹੀਂ ਲੈ ਲਓ, ਚੀਜ਼ ਲੈ ਲਓ, ਪਨੀਰ ਲੈ ਲਓ, ਹੈ ਨਾ, ਤੁਹਾਡੇ ਬੋਨ ਹੈਲਥ ਵਾਸਤੇ ਚਾਹੀਦਾ। 3 ਵਾਰੀ ਹੋਲ ਗ੍ਰੇਨ, ਜਿਵੇਂ ਕਣਕ ਹੋ ਗਈ, ਚੌਲ ਹੋ ਗਏ, ਮੱਕੀ, ਬਾਜਰਾ, ਜੋ ਵੀ ਤੁਸੀਂ ਖਾਂਦੇ ਹੈ ਨਾ। 4 ਫਰੂਟ, 4 ਸਬਜ਼ੀਆਂ, ਇੱਥੇ ਪੰਗਾ ਪੈਂਦਾ, ਬੱਚੇ ਫਰੂਟ ਸਬਜ਼ੀਆਂ ਨਹੀਂ ਖਾਂਦੇ ਹੈ ਨਾ। ਸੋ ਤੁਸੀਂ ਇੱਕ ਕੌਲੀ ਦੇ ਵਿੱਚ ਮਿਕਸ ਕਰਕੇ ਉਹਨਾਂ ਨੂੰ ਦੇ ਸਕਦੇ, 4 ਅੰਗੂਰ ਪਾ ਦਿੱਤੇ ਹੈ ਨਾ, ਨਾਲ ਐਪਲ ਕੱਟ ਕੇ ਪਾ ਦਿੱਤਾ, ਥੋੜ੍ਹੀ ਬਲੂਬੈਰੀ ਪਾ ਦਿੱਤੀ ਹੈ ਨਾ। ਸੋ ਉਹ ਪੂਰਾ ਹੋ ਜਾਂਦਾ ਹੈ ਨਾ। ਨਹੀਂ ਤਾਂ ਉਹਨਾਂ ਨੂੰ ਫਰੂਟ ਸੈਲਡ ਬਣਾ ਦਿੱਤਾ, ਥੋੜ੍ਹਾ ਇਮਲੀ ਦੀ ਚਟਨੀ ਪਾ ਦਿੱਤੀ, ਖੱਟਾ ਮਿੱਠਾ ਕਰਤਾ, ਜੋ ਵੀ ਤੁਸੀਂ ਤੁਹਾਡੀ ਫੈਮਿਲੀ ਲਾਈਕ ਕਰਦੀ ਹੈ ਨਾ, ਚਾਟ ਵਾਂਗਰ ਬਣਾ ਦਿੱਤਾ। ਜਿਹੜੀ ਸਬਜ਼ੀਆਂ ਕੱਚੀਆਂ ਜਾਂ ਪੱਕੀਆਂ ਖਾਣ ਤਾਂ ਠੀਕ ਹੈ ਨਾ, ਕੋਈ ਇੰਨਾ ਜ਼ਿਆਦਾ ਨਿਊਟ੍ਰੀਸ਼ਨ ਲਾਸ ਨਹੀਂ ਹੁੰਦਾ। ਅਗਰ ਤੁਸੀਂ ਸਾਗ ਬਣਾ ਵੀ ਲਿਆ ਹੈ ਨਾ, ਤਾਂ ਵੀ ਉਹਦਾ ਜਿਹੜਾ ਵੈਲਿਊ ਹੈਗਾ ਉਹ ਤੁਹਾਡੀ ਬੋਡੀ ਨੂੰ ਫਾਈਬਰ ਦਾ, ਵਿਟਾਮਿਨ, ਮਿਨਰਲ ਦਾ, ਔਰ ਪ੍ਰੋਟੀਨ ਦਾ, ਆਇਰਨ ਦਾ ਤੇ ਦਊਗਾ। ਜਿਹੜਾ 5 ਹੈਗਾ, ਉਹ ਘੱਟ ਤੋਂ ਘੱਟ 5 ਵਾਰੀ ਪਾਣੀ ਪੀਤਾ ਜਾਏ। ਜਦੋਂ ਢਿੱਡ ਪਾਣੀ ਦੇ ਨਾਲ ਭਰ ਗਿਆ ਨਾ, ਤੇ ਜਿਹੜਾ ਬ੍ਰੇਨ ਆ ਉਹਦੀ ਭਟਕਣਾ ਖਾਣੇ ਦੇ ਵੀ ਡਰੋਪ ਹੋ ਜਾਂਦੀ ਹੈ। 6 ਵਾਰੀ ਅਗਰ ਆਪਾਂ 10-10 ਮਿੰਟ ਵੀ ਤੁਰੀਏ ਤੇ 60 ਮਿੰਟ ਹੋ ਜਾਂਦਾ, ਐਕਸਰਸਾਈਜ਼ ਹੋ ਜਾਂਦੀ। ਇੱਦਾਂ ਨਹੀਂ ਹੁੰਦਾ ਵੀ ਤੁਸੀਂ ਹੁਣ ਘੰਟਾ ਤੁਹਾਡੇ ਕੋਲ ਨਹੀਂ ਹੈਗਾ, ਤੁਸੀਂ 10-10 ਮਿੰਟ ਕੱਢ ਸਕਦੇ ਹੋ ਹੈ ਨਾ, ਐਵਰੀ ਫਿਊ ਆਵਰਸ ਪੌੜੀਆਂ ਉੱਪਰ ਥੱਲੇ ਚਲੇ ਗਏ, ਵਾਕ 'ਤੇ ਚਲੇ ਗਏ। ਸੋ ਟੋਟਲ 60 ਮਿੰਟ 'ਚ ਤੇ 7 ਰੰਗ ਜਿਹੜੇ ਰੇਨਬੋ ਦੇ ਹੈਗੇ ਆ, ਜੇ ਇੰਦਰਧਨੁਸ਼ ਦੇ ਹੈਗੇ ਆ, 7 ਰੰਗੀ ਪੀਂਘ ਦੇ ਹੈਗੇ, ਕੋਜ਼ੇ ਕਜ਼ਾ ਇਸਲਾਮ 'ਚ, ਉਰਦੂ 'ਚ ਕੋਜ਼ੇ ਕਜ਼ਾ ਕਹਿੰਦੇ ਉਹਨੂੰ ਹੈ ਨਾ, ਉਹ ਇਸਤੇਮਾਲ ਕਰੀਏ। ਹੁਣ ਜਿਹੜੀ 7 ਰੰਗੀ ਪੀਂਘ ਹੈ 'ਚ ਚਿੱਟਾ ਰੰਗ ਨਹੀਂ ਆ, ਸੋ ਮੈਦਾ ਨਹੀਂ ਖਾਣਾ, ਸ਼ੂਗਰ ਨਹੀਂ ਖਾਣੀ, ਮਿਲਕ ਪ੍ਰੋਡਕਟ ਘੱਟ ਰੱਖਣਾ। ਸੋ ਚਿੱਟੀਆਂ ਚੀਜ਼ਾਂ ਤੋਂ ਆਪਾਂ ਗੁਰੇਜ਼ ਕਰੀਏ ਤੇ ਰੰਗਦਾਰ ਚੀਜ਼ਾਂ ਖਾਈਏ, ਜਿੰਨੀਆਂ ਮਰਜ਼ੀਆਂ ਖਾਈਏ, ਤੇ ਜਿਹੜਾ ਸਾਡਾ ਬੋਡੀ ਆ ਉਹ ਵੀ ਰੰਗੀਨ ਹੋ ਜਾਏਗੀ, ਮਨ ਵੀ ਕਲਰਫੁਲ ਹੋ ਜਾਊਗਾ। ਤੇ 7 ਵਾਰ ਹੈਗੇ ਆ, ਸੋਮਵਾਰ ਤੋਂ ਲੈ ਕੇ ਸੰਡੇ ਤੱਕ, 7 ਦਿਨ ਹੈਗੇ ਆ, 7 ਸੰਗੀਤ ਦੀਆਂ ਧੁਨਾਂ ਹੈਗੀਆਂ। ਸੋ ਮਿਊਜ਼ਿਕ ਦੇ ਨਾਲ ਵੀ ਜੁੜੋ, ਮਨ ਸ਼ਾਂਤ ਰਹੂਗਾ, ਸਕੂਨ 'ਚ ਰਹੂਗਾ, ਤੁਹਾਡੀ ਕ੍ਰੀਏਟਿਵਿਟੀ ਵਧੂਗੀ, ਤੁਹਾਡੀ ਜਿਹੜੀ ਭੁੱਖ ਪ੍ਰਤੀ ਜਿਹੜੀ ਹੈ ਨਾ, ਖਾਓ ਮਾਓ ਵੀ ਮੈਨੂੰ ਆਹ ਵੀ ਚਾਹੀਦਾ, ਉਹ ਵੀ ਘਟ ਜਾਊਗੀ। ਸੋ ਇਹ ਬੜਾ ਛੋਟਾ ਜਿਹਾ ਮੈਂ ਫਾਰਮੂਲਾ ਡਿਵਾਈਸ ਕੀਤਾ ਸੀ। ਬਹੁਤ ਸੋਹਣੀ ਗੱਲ ਕੀਤੀ। ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਪੇਰੈਂਟਸ ਬਹੁਤ ਜ਼ਿਆਦਾ ਬਿਜ਼ੀ ਨੇ, ਉਹਨਾਂ ਦਾ ਸਕੈਜੂਲ ਬਿਜ਼ੀ ਹੁੰਦਾ ਹੈ, ਅਤੇ ਉਹ ਕਿਵੇਂ ਸੋਚ ਸਕਦੇ ਆ ਕਿ ਕਿਵੇਂ ਕੀ ਪ੍ਰੀਕਾਸ਼ਨ ਲੈ ਸਕਦੇ ਆ ਕਿ ਉਹਨਾਂ ਦੇ ਬੱਚਿਆਂ 'ਚ ਓਬੈਸਿਟੀ ਨਾ ਆਉਣ, ਅਤੇ ਕਿਹੜੇ ਮੈਜਰਸ ਲੈ ਸਕਦੇ ਨੇ? ਬਹੁਤ ਅੱਛਾ ਕੁਐਸਚਨ ਹੈ ਸ਼ਫਾਲੀ ਜੀ, ਔਰ ਬੜਾ ਪ੍ਰੈਕਟੀਕਲ ਕੁਐਸਚਨ ਹੈਗਾ। ਬੈਸਟ ਥਿੰਗ ਹੈਗਾ ਬੱਚਿਆਂ ਨੂੰ ਨਾ, ਅਗਰ ਆਪਾਂ ਜਾਂਦੇ ਹਾਂ ਜਿਹੜੇ ਵੀ ਸਟੋਰ 'ਚ ਆਪਾਂ ਸ਼ਾਪਿੰਗ ਕਰਾਂਗੇ, ਉਹਨੂੰ ਨਾਲ ਲੈ ਕੇ ਜਾਈਏ ਹੈ ਨਾ। ਪਹਿਲੀ ਗੱਲ ਤਾਂ ਮਾਂ-ਬਾਪ ਨੂੰ ਰੋਲ ਮਾਡਲਿੰਗ ਕਰਨੀ ਪੈਣੀ ਹੈ, ਉਹਨਾਂ ਨੂੰ ਵੀ ਹੈਲਦੀ ਖਾਣਾ ਪੈਣਾ। ਅਗਰ ਮਾਂ-ਬਾਪ ਰੋਜ਼ ਬਾਹਰ ਦਾ ਖਾਣਾ ਖਾ ਰਹੇ ਆ, ਬੱਚਿਆਂ ਨੂੰ ਕਹਿੰਦੇ ਵੀ ਨਹੀਂ ਘਰ ਦਾ ਖਾਓ, ਤੇ ਫਿਰ ਗੱਲ ਨਹੀਂ ਚੱਲਣੀ। ਸੋ ਉਹਨਾਂ ਨੂੰ ਵੀ ਹੈਲਦੀ ਖਾਣਾ ਖਾਣਾ ਪੈਣਾ, ਕਿਉਂਕਿ ਬੱਚਿਆਂ ਦੇ ਲਈ ਮਾਂ-ਬਾਪ ਸਭ ਤੋਂ ਵੱਡਾ ਰੋਲ ਮਾਡਲ ਹੈ। ਉਹਨਾਂ ਦੇ ਲਈ ਉਹੀ ਐਕਟਰ ਹੈ, ਉਹੀ ਉਹਨਾਂ ਦੇ ਦੇਵਤਾ ਹੈ, ਉਹਨਾਂ ਦੇ ਮਤਲਬ ਉਹੀ ਵਿਕਟਰੀ ਪੀਪਲ ਹੈਗੇ ਜਿਨ੍ਹਾਂ ਨੂੰ ਉਹਨਾਂ ਨੇ ਦੇਖਣਾ ਹੈ ਨਾ। ਜ਼ਰੂਰੀ ਵੀ ਨਹੀਂ ਹੁੰਦਾ ਰੋਜ਼ ਬੋਲਣ ਦਾ, ਹੈ ਉਹ ਤੁਹਾਨੂੰ ਵਾਚ ਕਰਦੇ ਰਹਿੰਦੇ, ਮਾਂ-ਬਾਪ ਕੀ ਕਰਦੇ ਉਸ ਤੋਂ ਸਿੱਖਦੇ। ਸੋ ਬੱਚਿਆਂ ਨੂੰ ਲੈ ਕੇ ਜਾਓ, ਉਹਨਾਂ ਨੂੰ ਕਹੋ ਵੀ ਆ ਜਿਹੜਾ ਆਇਲ ਹੈਗੇ ਨੇ, ਜਿੱਥੇ ਫਰੂਟ ਆ, ਸਬਜ਼ੀਆਂ, ਹੋਲ ਗ੍ਰੇਨ ਆ, ਉੱਥੇ ਜ਼ਿਆਦਾ ਘੁੰਮੋ। ਹੁਣ ਪੰਗਾ ਇਹ ਆ ਵੀ ਹਰ ਟੈਲਰ ਦੇ ਲਾਗੇ ਉਹਨਾਂ ਨੇ ਚਾਕਲੇਟ ਵੀ, ਕੁੱਕੀਆਂ ਵੀ ਲਾਈਆਂ, ਬੱਚਾ ਫਿਰ ਰੋਂਦਾ ਮੈਨੂੰ ਆਹ ਵੀ ਚਾਹੀਦੀ, ਉਹ ਵੀ ਚਾਹੀਦੀ ਹੈ ਨਾ। ਕਦੀ ਕਦਾਰ ਮਤਲਬ ਉਹਨਾਂ ਨੂੰ ਟਰੀਟ ਦੇ ਦਿਓ, ਬਟ ਰੋਜ਼ ਨਾ ਦਿਓ ਹੈ ਨਾ। ਦੂਜੀ ਗੱਲ, ਬੱਚਿਆਂ ਨੂੰ ਵੀ ਜਦੋਂ ਉਹਨਾਂ ਦੀ ਸੁਰਤ ਹੋ ਗਈ ਹੈ ਨਾ, 7-8 ਸਾਲ ਦੇ ਬੱਚੇ ਵੀ ਮਾਂ-ਬਾਪ ਦੇ ਨਾਲ ਹੈਲਪ ਕਰ ਸਕਦੇ ਆ। ਹੁਣ ਮੇਰੀ ਮਦਰ ਨੇ ਪੂਰੀ ਉਮਰ ਕੁਕਿੰਗ ਕੀਤੀ, ਫਾਦਰ ਨੂੰ ਨਹੀਂ ਆਉਂਦੀ ਸੀ, ਮੈਨੂੰ ਵੀ ਨਹੀਂ ਆਉਂਦੀ, ਬਟ ਅੱਜ ਕੱਲ੍ਹ ਮੈਂ ਦੇਖਦਾ ਵੀ ਫਾਦਰ ਮਦਰ ਦੋਵੇਂ ਕੁਕਿੰਗ 'ਚ ਹੈਲਪ ਕਰਦੇ। ਸੋ ਬੱਚੇ ਨੂੰ ਵੀ ਨਾਲ ਕਰੋ, ਭਾਵੇਂ ਉਹ ਖਾਣਾ ਇੰਨਾ ਸਵਾਦਲਾ ਨਹੀਂ ਬਣਦਾ, ਲੇਕਿਨ ਬੱਚੇ ਨੂੰ ਜਿਹੜਾ ਖਾਣਾ ਕੁੱਕ ਕੀਤਾ ਹੈ ਨਾ, ਉਹਦੇ ਲਈ ਉਹ ਬਹੁਤ ਸਵਾਦ ਲਾ ਜਾਓ। ਸੋ ਬੱਚਾ ਓਨਰਸ਼ਿਪ ਲੈਂਦਾ, ਹਾਂ ਮੈਂ ਅੱਜ ਕੁੱਕ ਕੀਤਾ, ਇਹ ਮੈਂ ਖਾਣਾ ਹੀ ਖਾਣਾ ਹੈ ਨਾ। ਸੋ ਉਹਨੂੰ ਕੁਕਿੰਗ 'ਚ ਵੀ ਇਨਵੋਲਵਮੈਂਟ ਦਿਓ, ਕਿਉਂਕਿ ਗਾਂਹ ਚੱਲ ਕੇ ਹੈ ਨਾ ਵੀ 12ਵੀਂ ਤੋਂ ਬਾਅਦ ਜਦੋਂ ਕਾਲਜ ਯੂਨੀਵਰਸਿਟੀ ਜਾਣਾ, ਤਾਂ ਉਹਨੂੰ ਆਦਤ ਹੋਣੀ ਚਾਹੀਦੀ, ਬਜਾਏ ਕਿ ਬਾਹਰ ਦਾ ਖਾਣਾ ਵੀ ਆਪ ਵੀ ਕੁੱਕ ਕਰ ਸਕੇ। ਸੋ ਅਰਲੀ ਜਿਹੜਾ ਹੈਗਾ ਉਹਨਾਂ ਨੂੰ ਨੌਲੇਜ ਇੰਪਾਰਟ ਕਰੋ,
ਉਹਨਾਂ ਨੂੰ ਨਾਲ ਲੈ ਕੇ ਜਾਓ, ਤੁਹਾਡੇ ਕੋਲ ਜਦੋਂ ਵੀ ਵੀਕਐਂਡ 'ਚ ਟਾਈਮ ਹੈਗਾ ਸ਼ਾਪਿੰਗ ਵਾਸਤੇ, ਉਹਨਾਂ ਨੂੰ ਹੈਲਦੀ ਫੂਡ ਬਾਰੇ ਰੋਜ਼ ਗਾਈਡੈਂਸ ਦਿਓ। ਉਹਨਾਂ ਦੇ ਫਰੈਂਡ ਸਰਕਲ ਇਹੋ ਜਿਹੇ ਕ੍ਰੀਏਟ ਕਰੋ ਵੀ ਉਹ ਵੀ ਹੈਲਦੀ ਖਾਂਦੇ, ਕਿਉਂਕਿ ਸੰਗਤ ਦਾ ਅਸਰ ਵੀ ਬਹੁਤ ਪੈਂਦਾ। ਜੈਸੀ ਸੰਗਤ ਵੈਸੀ ਰੰਗਤ। ਸੋ ਇਸ ਲਈ ਆਪਾਂ ਹੈਲਦੀ ਐਟਮੋਸਫੇਅਰ 'ਚ ਰਹੀਏ, ਔਰ ਕਦੀ ਕਦਾਰ ਟਰੀਟ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਮਿੱਠਾ ਖਾ ਲਿੱਤਾ, ਲੇਕਿਨ ਸਾਡੇ ਦਿਨ ਤਿਉਹਾਰ ਬਹੁਤ ਜ਼ਿਆਦਾ ਹੈਗੇ ਆ। ਸੋ ਉਸ ਹਿਸਾਬ ਦੇ ਨਾਲ ਹੋ ਸਕਦਾ ਐਵਰੀ ਡੇ ਕੋਈ ਫੈਸਟੀਵਲ ਹੋਵੇ, ਆਪਾਂ ਉਹਦੇ ਵਿੱਚ ਹਾਂਜੀ। ਨਾ ਉਲਝੀਏ। ਲੇਕਿਨ ਕਦੀ ਕਦਾਰ ਅਸੀਂ ਜ਼ਰੂਰ ਬੱਚੇ ਨੂੰ ਮਿੱਠਾ ਵੀ ਦੇ ਸਕਦੇ, ਕੋਈ ਵੱਡੀ ਗੱਲ ਨਹੀਂ ਹੈਗੀ। ਦੰਦ ਸਾਫ਼ ਕਰ ਲਓ, ਬਰੱਸ਼ ਕਰ ਲਓ, ਟੂਥਪੇਸਟ ਔਰ ਟੂਥ ਬਰੱਸ਼ ਦੇ ਨਾਲ ਉਹਦੇ ਬਾਅਦ। ਲੇਕਿਨ ਓਵਰਆਲ ਸਾਡਾ ਇਹ ਹੁੰਦਾ ਮਨੋਰਥ ਵੀ ਹੈਲਦੀ ਐਕਟਿਵ ਲਾਈਫਸਟਾਈਲ, ਉਹਦੇ ਵਿੱਚ ਖਾਣਾ ਤੁਹਾਡਾ ਦਰੁਸਤ ਹੋਵੇ, ਐਕਟੀਵਿਟੀ ਜ਼ਰੂਰ ਹੋਵੇ। ਅਗਰ ਸਮਝੋ ਕੋਈ ਜ਼ਿਆਦਾ ਖਾਣਾ ਖਾ ਹੋ ਗਿਆ, ਉਸ ਦਿਨ ਅਗਰ 1.5 ਘੰਟਾ ਵਾਕ ਕਰ ਲਿੱਤਾ, ਫਿਰ ਕੈਲੋਰੀਜ਼ ਤੁਹਾਡੀ ਘੱਟ ਜਾਂਦੀ ਹੈ। ਤੁਹਾਡੇ ਮਨ 'ਚ ਇੱਕ ਬੈਲੈਂਸ ਦਾ ਇੱਕ ਨਿਯਮ ਹੋਣਾ ਚਾਹੀਦਾ। ਕੋਈ ਗੇਮਸ ਹੋਏ, ਕੋਈ ਹੋਰ ਸਪੋਰਟਸ ਹੋਏ ਜਿਹਦੇ ਵਿੱਚ ਉਹਨਾਂ ਦੀ ਰੁਚੀ ਤੇ ਵਧੀਆ। ਹੁਣ ਸਮਝੋ ਹੁਣ ਕ੍ਰਿਕਟ ਆ, ਕਈ ਵਾਰ ਪੂਰੀ ਦਿਹਾੜੀ ਦੀ ਹੁੰਦੀ 8 ਘੰਟਾ ਬੱਚਾ ਫੀਲਡ 'ਚ ਰਹਿੰਦਾ, ਤੇ 8 ਘੰਟੇ ਐਕਸਰਸਾਈਜ਼ ਹੋ ਗਿਆ ਨਾ, ਉਹਨੇ ਬਾਲ ਵੀ ਕੈਚ ਕਰਨਾ, ਦੌੜਨਾ ਵੀ ਹੈਗਾ, ਜਾਂ ਸੌਕਰ ਆ 3-4 ਘੰਟੇ ਦੀ ਹੁੰਦੀ ਆ, ਜਾਂ ਹਾਕੀ ਵੀ। ਸੋ ਉਹਨਾਂ ਦੀ ਰੁਚੀ ਕੋਈ ਨਾ ਕੋਈ ਚੀਜ਼ 'ਚ ਜਾਂ ਕਈ ਬੱਚੇ ਜਿਹੜੇ ਕਹਿੰਦੇ ਅਸੀਂ ਨਹੀਂ ਕਰਨੀ, ਸੋ ਉਹਨਾਂ ਦੇ ਲਈ ਡਾਂਸ ਸਟੂਡੀਓਸ ਅਵੇਲੇਬਲ ਹੈਗੇ ਆ, ਭਾਵੇਂ ਭੰਗੜਾ ਸਿੱਖਣਾ, ਗਿੱਧਾ ਸਿੱਖਣਾ, ਬਾਲੀਵੁੱਡ ਸਟਾਈਲ ਸਿੱਖਣਾ, ਜਾਂ ਵੈਸਟਰਨ ਸਿੱਖਣਾ। ਸੋ ਮੋਡੈਲਿਟੀਜ਼ ਤੁਹਾਨੂੰ ਦੇਖਣੀ ਪੈਣੀਆਂ ਬੱਚਿਆਂ ਦੇ ਨਾਲ ਗੱਲਬਾਤ ਕਰਕੇ। ਸੋ ਬਾਬਾ ਨਾਨਕ ਕਹਿੰਦੇ ਜਦ ਤੱਕ ਦੁਨੀਆ ਨਾਨਕ ਰਹੀ ਹੈ, ਕੁਛ ਸੁਣੀਏ, ਪਹਿਲਾਂ ਸੁਣੋ, ਕੁਛ ਕਹੀਏ ਬਾਅਦ ਚੋਂ ਕਹੋ। ਉਹਨਾਂ ਦੀ ਵੀ ਗੱਲ ਸੁਣ ਲਓ। ਥੈਂਕ ਯੂ ਡਾਕਟਰ। ਤੁਸੀਂ ਵੀਟੀਵੀ ਦੇਖਦੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਬਹੁਤ ਸੋਹਣਾ ਸ਼ਫਾਲੀ ਜੀ ਤੇ ਵਿਕਟਰ ਜੀ ਤੇ ਪ੍ਰੀਤੀ ਜੀ, ਤੁਸੀਂ ਪ੍ਰੋਗਰਾਮ ਜਿਹੜਾ ਹੈਗਾ ਬੱਚੇ ਦਾ ਖਾਸ ਕਰਕੇ, ਕਿਉਂਕਿ ਮੈਂ ਬੱਚਿਆਂ ਦਾ ਡਾਕਟਰ ਹੈਗਾ, ਉਸ ਰਾਹੀਂ ਅਸੀਂ ਪੂਰੇ ਸੰਸਾਰ ਦੇ ਨਾਲ ਇੱਕ ਫੁੱਲ ਵਕੜੀ, ਇੱਕ ਗੱਲ ਵਕੜੀ ਪਾ ਕੇ ਅਸੀਂ ਉਹਨਾਂ ਨੂੰ ਦਿੰਦੇ ਹਾਂ, ਮੈਸੇਜਿੰਗ ਦਿੰਦੇ ਹਾਂ, ਕਿਸੇ ਦਾ ਭਲਾ ਹੋ ਸਕਦਾ। ਔਰ ਅਸੀਂ ਵੀਟੀਵੀ ਦੇ ਦਰਸ਼ਕਾਂ ਨੂੰ ਇਹ ਕਹਿੰਦੇ ਹਾਂ ਵੀ ਤੁਸੀਂ ਸੇਵਾ ਕਰੋ, ਇਸ ਸ਼ੋਅ ਨੂੰ ਦੇਖੋ। ਬੱਚੇ ਤੁਹਾਡਾ ਸਰਮਾਇਆ, ਬੱਚੇ ਤੁਹਾਡੀ ਅਸਲੀ ਦੌਲਤ ਹੈਗੀ ਆ। ਬਾਹਰ ਜਿਹੜਾ ਆਪਾਂ ਇਕੱਠਾ ਕਰਦੇ ਨਾ ਵੀ ਮੇਰੇ ਕੋਲ 4 ਘਰ ਹੈਗੇ, ਮੇਰੇ ਕੋਲ 5 ਕਾਰ ਆ, ਇਹ ਸਾਰਾ ਮਟੀਰੀਅਲ ਚੀਜ਼ ਹੈ। ਅਸਲੀ ਜਾਇਦਾਦ, ਅਨਮੋਲ ਰਤਨ ਤੁਹਾਡੀ ਝੋਲੀ 'ਚ ਪਰਮਾਤਮਾ ਨੇ ਤੁਹਾਡੇ ਬੱਚੇ ਪਾਏ ਆ। ਬੱਚਿਆਂ ਦੀ ਦੇਖ ਰੇਖ ਪੈਰੈਂਟਸ ਨੂੰ ਕਰਨੀ ਪੈਣੀ ਹੈ। ਜਿਹੜਾ ਪੈਰੈਂਟ ਦਾ ਜਿਹੜਾ ਲਫ਼ਜ਼ ਆ, ਉਹਨੂੰ ਅਗਰ ਆਪਾਂ 2 ਲਫ਼ਜ਼ਾਂ 'ਚ ਉਹਨੂੰ ਤੋੜਾਂਗੇ, PARENT ਬਣਦਾ ਹੈ ਨਾ, ਹਾਂਜੀ। ਤਾਂ PA ਤੋਂ ਬਾਅਦ ਵਾਈ ਪਾ ਦਿਓ, ਅਤੇ ਉਹਦੇ ਬਾਅਦ ਕੀ ਰਹੇਗਾ, ਪੇ। ਰੈਂਟ। ਸੋ ਤੁਹਾਨੂੰ ਆਪਣਾ ਇਮੋਸ਼ਨਲ ਰੈਂਟਿੰਗ ਟਾਈਮ ਪਾਉਣਾ ਪੈਣਾ, ਪੈਰੈਂਟਿੰਗ ਕਰਨੀ ਪੈਣੀ ਹੈ। ਤੁਹਾਡੇ ਪੈਰੈਂਟਸ ਨੇ ਇੰਨੀ ਸੋਹਣੀ ਪੈਰੈਂਟਿੰਗ ਕੀਤੀ, ਤੁਸੀਂ ਅੱਜ ਹੋਸਟ ਦਾ ਕੰਮ ਕਰ ਰਹੇ ਹੋ, ਵਿਕਟਰ ਜੀ ਇੰਨਾ ਸੋਹਣਾ ਕੰਮ ਕਰ ਰਹੇ ਆ, ਮੈਂ ਡਾਕਟਰ ਬਣੇ ਪੈਰੈਂਟਸ ਕਰਕੇ। ਸਾਡੀ ਪੈਰੈਂਟਸ ਦੀ ਜਿਹੜੀ ਘਾਲਣਾ, ਉਹਦੇ ਕਰਕੇ ਸਾਡਾ ਕੈਰੈਕਟਰ ਬਿਲਟ ਹੁੰਦਾ, ਸਾਡੀ ਪਰਸਨੈਲਿਟੀ ਬਿਲਟ ਹੁੰਦੀ ਹੈ, ਸਾਡਾ ਸਰੀਰ ਵੀ ਬਿਲਟ ਹੁੰਦਾ, ਸਾਡੇ ਖਾਣੇ ਦੇ ਜਿਹੜੇ ਨਿਯਮ ਬਿਲਟ ਹੁੰਦੇ ਆ, ਐਕਸਰਸਾਈਜ਼ ਦਾ ਜਿਹੜਾ ਹੈਗਾ ਉਹ ਪੈਰੈਂਟਿੰਗ ਤੋਂ ਹੀ ਹੁੰਦਾ। ਸੋ ਆਪਾਂ ਵੀ ਉਹੀ ਕੰਮ ਕਰੀ। ਮੈਂ ਅਕਸਰ ਮਡਵੇ ਦੇ ਵਿੱਚ ਬਾਈਸਾਈਕਲਿੰਗ ਕਰਦਾ, ਹੁਣ ਮੈਂ ਦੇਖਦਾ ਕਈ ਫੈਮਲੀਜ਼ ਆਉਂਦੀਆਂ, 2 ਬੱਚੇ ਹੁੰਦੇ ਨਿੱਕੇ ਨਿੱਕੇ, ਨਾਲ ਹਸਬੈਂਡ ਵਾਈਫ ਹੁੰਦੇ, ਮੈਨੂੰ ਬਹੁਤ ਚੰਗਾ ਲੱਗਦਾ। ਕਿਉਂਕਿ ਉਹਨਾਂ ਨੇ, ਕਿਉਂਕਿ ਮੈਂ ਤਾਂ ਸਾਈਕਲਿੰਗ ਹੁਣ ਇਸ ਉਮਰ 'ਚ ਜਾ ਕੇ ਸ਼ੁਰੂ ਕੀਤੀ। ਸੋ ਇਹ ਬਹੁਤ ਚੰਗੀ ਗੱਲ ਹੈਗੀ ਆ ਵੀ ਆਪਾਂ ਬੱਚਿਆਂ ਨੂੰ ਨਾਲ ਜੋੜੀ ਰੱਖੀਏ, ਜੋ ਅਸੀਂ ਕਰਦੇ ਹਾਂ। ਔਰ ਬੱਚੇ ਬਹੁਤ ਹੀ ਪਿਆਰੇ ਨੇ, ਬੱਚੇ ਬੜੇ ਹੀ ਨਿਰਮਲ ਨੇ, ਅੰਦਰੋਂ ਸਾਫ਼ ਨੇ ਬਿਲਕੁਲ। ਜਿੱਦਾਂ ਗੰਗਾ ਦਾ ਪਾਣੀ ਨਿਰਮਲ ਹੈ ਨਾ, ਉੱਦਾਂ 100% ਸ਼ੁੱਧ। ਜੋ ਤੁਸੀਂ ਲਿਖੀ ਜਾਓਗੇ ਉਹੀ ਲਿਖਿਆ ਜਾਣਾ। ਸੋ ਅੱਛੇ ਗੁਣ ਉਹਨਾਂ 'ਚ ਲਿਖੋ, ਸੋ ਗੁਣਵੰਤੇ ਹੋਣ, ਤੁਹਾਡਾ ਨਾਮ ਰੋਸ਼ਨ ਕਰਨਗੇ। ਥੈਂਕ ਯੂ ਸਾਡੇ ਨਾਲ ਜੁੜਨ ਲਈ ਅਤੇ ਆਹ ਟੋਪਿਕ ਨੂੰ ਇੰਨੀ ਚੰਗੀ ਤਰ੍ਹਾਂ ਲੋਕਾਂ ਨੂੰ ਐਕਸਪਲੇਨ ਕਰਨ ਲਈ। ਅਸੀਂ ਆਸ਼ਾ ਕਰਦੇ ਹਾਂ ਅਸੀਂ ਹੋਰ ਟੋਪਿਕ ਲੈ ਕੇ ਦੁਬਾਰਾ ਤੁਹਾਡੇ ਨਾਲ ਆਵਾਂਗੇ। ਬਹੁਤ ਬਹੁਤ ਧੰਨਵਾਦ, ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਗੱਲ ਕੀਤੀ ਹੈ ਡਾਕਟਰ ਪ੍ਰਗਟ ਸਿੰਘ ਪੁਰਜੀ ਜੀ ਦੇ ਨਾਲ। ਇਹੋ ਜਿਹੇ ਹੋਰ ਵੀ ਹੈਲਥ ਦੇ ਟੋਪਿਕ ਲੈ ਕੇ ਅਸੀਂ ਫੇਰ ਆਉਂਦੇ ਰਹਾਂਗੇ। ਤੁਸੀਂ ਉਨੀ ਦੇਰ ਦੇਖਦੇ ਰਹੋ VTV ਕੈਨੇਡਾ।